ਸਤਿ ਸ਼੍ਰੀ ਅਕਾਲ ਬੇਟਾ। ਅੱਜ ਆਪਾਂ BA BCom BSc FT ਭਾਗ ਦੂਜਾ ਸਮੈਸਟਰ ਚੌਥਾ ਵਿਸ਼ਾ ਪੰਜਾਬੀ ਲਾਜ਼ਮੀ ਦੇ ਵਿਆਕਰਨ ਦਾ ਆਪਾਂ ਟੌਪਿਕ ਕਰਨ ਲੱਗਿਆ। ਗੁਰਮੁਖੀ ਲਿਪੀ ਦਾ ਇਤਿਹਾਸ, ਉਸ ਦਾ ਨਿਕਾਸ ਤੇ ਵਿਕਾਸ ਅਤੇ ਇਸ ਦੀ ਵਿਸ਼ੇਸ਼ਤਾ। ਇਸ ਦੇ ਵਿੱਚ ਤੁਹਾਡੇ 4 ਕੁਐਸਚਨ ਕੰਪਲੀਟ ਹੋਣਗੇ। ਪਹਿਲਾ ਤਾਂ ਉਹਦੇ ਵਿੱਚ ਕੀ ਹੈ ਵੀ ਗੁਰਮੁਖੀ ਲਿਪੀ ਦਾ ਇਤਿਹਾਸ, ਲਿਪੀ ਬਾਰੇ ਜਿਹੜਾ ਹੈਗਾ ਉਹ ਟੌਪਿਕ ਤੁਹਾਡਾ ਇੱਕ ਕੁਐਸਚਨ ਹੋਏਗਾ। ਦੂਸਰਾ ਕੁਐਸਚਨ ਹੋਏਗਾ ਇਹਦੇ 'ਚ ਨਿਕਾਸ ਤੇ ਵਿਕਾਸ ਦਾ। ਫਸਟ ਕੁਐਸਚਨ ਹੈਗਾ ਗੁਰਮੁਖੀ ਲਿਪੀ ਦਾ ਇਤਿਹਾਸ। ਸੈਕਿੰਡ ਹੈਗਾ ਇਸ ਦੇ ਵਿੱਚ ਤੁਹਾਡਾ ਗੁਰਮੁਖੀ ਲਿਪੀ ਦਾ ਨਿਕਾਸ ਤੇ ਵਿਕਾਸ। ਅਤੇ ਤੀਸਰਾ ਹੈਗਾ ਇਸ ਦੇ ਵਿੱਚ ਇਸ ਦੀ ਵਿਸ਼ੇਸ਼ਤਾ। ਗੁਰਮੁਖੀ ਲਿਪੀ ਕਿਵੇਂ ਹੋਂਦ ਵਿੱਚ ਆਈ, ਕਿਵੇਂ ਇਸ ਦਾ ਵਿਕਾਸ ਹੋਇਆ, ਕਿਹੜੇ ਕਿਹੜੇ ਪੜਾਵਾਂ ਵਿੱਚ ਦੀ ਲੰਘਦੇ ਹੋਏ ਅਜੋਕੇ ਰੂਪ ਦੇ ਵਿੱਚ ਜੋ ਆਪਾਂ ਅੱਜ ਦੇ ਟਾਈਮ ਦੇ ਵਿੱਚ ਗੁਰਮੁਖੀ ਲਿਪੀ ਨੂੰ ਜਾਂ ਪੰਜਾਬੀ ਲਿਪੀ ਨੂੰ, ਪੰਜਾਬੀ ਸ਼ਬਦਾਵਲੀ ਨੂੰ ਪੜ੍ਹ ਰਹੇ ਹਾਂਗੇ, ਉਸ ਦੇ ਵਿੱਚ ਕਿੰਨੇ ਕਿੰਨੇ ਕਾਰਨ ਸੀਗੇ, ਕਿਹੜੇ ਕਿਹੜੇ ਰੂਪਾਂ ਦੇ ਵਿੱਚ ਹੁੰਦੀ ਹੋਈ ਆਧੁਨਿਕ ਰੂਪ ਦੇ ਵਿੱਚ ਜੋ ਗੁਰਮੁਖੀ ਲਿਪੀ ਨੇ ਰੂਪ ਲਿਆ, ਉਹ ਕਿਹੜੇ ਸੀਗੇ। ਸਭ ਤੋਂ ਪਹਿਲਾਂ ਇਸ ਦੇ ਵਿੱਚ ਕੀ ਆ, ਲਿਪੀ ਕੀ ਆ। ਲਿਪੀ ਕਿਸ ਨੂੰ ਕਹਿੰਦੇ ਨੇਗੇ। ਕਿਸੇ ਵੀ ਭਾਸ਼ਾ ਨੂੰ ਲਿਖਣ ਦੇ ਲਈ ਲਿਪੀ ਦਾ ਹੋਣਾ ਜ਼ਰੂਰੀ ਆ। ਕੋਈ ਵੀ ਭਾਸ਼ਾ ਪਹਿਲਾਂ ਜਿਹੜਾ ਹੈਗਾ ਵੀ ਉਹ ਬੋਲਣ ਵਾਲਾ ਰੂਪ ਧਾਰਨ ਲੈਂਦੀ ਆ, ਬੋਲਿਆ ਜਾਂਦਾ ਹੈਗਾ। ਕਿਸੇ ਵੀ ਭਾਸ਼ਾ ਨੂੰ ਪਹਿਲਾਂ ਜਿਹੜਾ ਰੂਪ ਆਉਂਦਾ ਹੈਗਾ ਉਹਦਾ ਬੋਲੀ ਦਾ ਰੂਪ ਆਉਂਦਾ ਹੈਗਾ ਅਤੇ ਬਾਅਦ ਦੇ ਵਿੱਚ ਉਸਦਾ ਲਿਖਤੀ ਰੂਪ ਆਉਂਦਾ ਹੈਗਾ। ਅਤੇ ਜਿਸ ਭਾਸ਼ਾ ਨੂੰ ਜਿਸ ਅੱਖਰਾਂ ਸ਼ਬਦਾਂ ਦੇ ਵਿੱਚ ਲਿਖਿਆ ਜਾਂਦਾ ਉਸ ਨੂੰ ਆਪਾਂ ਲਿਪੀ ਕਹਿ ਦਿੰਦੇ ਹੈਗੇ। ਲਿਪੀਬੱਧ, ਜੋ ਲਿਪੀਬੱਧ ਹੋ ਜਾਂਦੀ ਹੈ ਕੋਈ ਵੀ ਆਪਣੀ ਭਾਸ਼ਾ, ਉਸ ਨੂੰ ਆਪਾਂ ਉਸਦੀ ਲਿਪੀ ਕਹਿ ਸਕਦੇ ਹੈਗੇ। ਜਿਵੇਂ ਕਿ ਪੰਜਾਬੀ ਦੀ ਆਪਾਂ ਅੱਜ ਦੇ ਸਮੇਂ ਵਿੱਚ ਜਿਹੜੀ ਪੰਜਾਬੀ ਦੀ ਲਿਪੀ ਹੈ ਉਸ ਨੂੰ ਗੁਰਮੁਖੀ ਕਿਹਾ ਜਾਂਦਾ ਹੈਗਾ। ਹਿੰਦੀ ਦੀ ਨੂੰ ਦੇਵਨਾਗਰੀ ਅਤੇ ਇੰਗਲਿਸ਼ ਦੀ ਲਿਪੀ ਰੋਮਨ ਕਿਹਾ ਜਾਂਦਾ ਹੈਗਾ। ਹਰੇਕ ਭਾਸ਼ਾ ਦੀ ਕੋਈ ਨਾ ਕੋਈ ਲਿਪੀ ਆ, ਪਰ ਉਹਦਾ ਪਹਿਲਾ ਰੂਪ ਕਿਹੜਾ ਹੋਏਗਾ ਜਿਹੜਾ ਆਪਾਂ ਬੋਲਦੇ ਹਾਂ। ਕੋਈ ਵੀ ਭਾਸ਼ਾ ਹੈਗੀ ਉਸਦਾ ਪਹਿਲਾ ਰੂਪ, ਹਰੇਕ ਭਾਸ਼ਾ ਦਾ ਪਹਿਲਾ ਰੂਪ ਹੋਏਗਾ ਬੋਲੀ ਅਤੇ ਦੂਸਰਾ ਰੂਪ ਹੋਏਗਾ ਉਸਦਾ ਲਿਪੀ, ਜਿਸ ਨੂੰ ਲਿਖਿਆ ਜਾ ਸਕਦਾ ਹੈਗਾ। ਲਿਖਤੀ ਰੂਪ ਦੇ ਵਿੱਚ ਲਿਖ ਕੇ ਜਦੋਂ ਆਪਾਂ ਆਪਣੇ ਵਿਚਾਰ, ਆਪਣੇ ਭਾਵ, ਆਪਣੇ ਇਮੋਸ਼ਨਸ, ਆਪਣੇ ਦੂਜਿਆਂ ਨਾਲ ਕਿਸੇ ਨਾਲ ਵਿਚਾਰ ਵਟਾਂਦਰਾ ਕਰ ਦਿਆਂਗੇ ਲਿਖਤੀ ਰੂਪ ਦੇ ਵਿੱਚ, ਜਿਹੜੇ ਉਹ ਸ਼ਬਦ ਹੁੰਦੇ ਨੇ ਉਹਨਾਂ ਨੂੰ ਲਿਪੀ ਕਹਿ ਸਕਦੇ ਹੈਗੇ ਜਾਂ ਲਿਪੀ ਕਿਹਾ ਜਾਂਦਾ ਹੈ। ਜਿਵੇਂ ਹੁਣ ਮੈਂ ਤੁਹਾਡੇ ਸਾਹਮਣੇ ਬਲੈਕ ਬੋਰਡ 'ਤੇ ਜੋ ਲਿਖਿਆ ਗਿਆ, ਇਹ ਇੱਕ ਭਾਸ਼ਾ ਹੈਗੀ ਪੰਜਾਬੀ, ਪਰ ਲਿਖੀ ਕਿਸ ਦੇ ਵਿੱਚ ਗਈ ਹੈ, ਇਹ ਗੁਰਮੁਖੀ ਲਿਪੀ ਦੇ ਵਿੱਚ। ਜਿਹੜੇ ਅੱਖਰ ਦਿਖ ਰਹੇ ਨੇ ਤੁਹਾਨੂੰ, ਇਹ ਕੀ ਹੈਗੀ, ਲਿਪੀ ਹੈਗੀ। ਲਿਪੀ ਕੀ ਹੈ, ਬੋਲੀ ਦੀ ਪੁਸ਼ਾਕ ਹੈਗੀ। ਜਿਹੜੇ ਆਪਾਂ ਬੋਲ ਦਿਆਂਗੇ ਉਸ ਨੂੰ ਪੁਸ਼ਾਕ ਦੇ ਰੂਪ ਦੇ ਵਿੱਚ ਕੰਮ ਕਰਦੀ ਹੈ ਲਿਪੀ। ਇਸ ਕਰਕੇ ਲਿਪੀ ਕੀ ਹੈਗੀ, ਇਹ ਇੱਕ ਲਿਖਤੀ ਰੂਪ ਹੁੰਦਾ ਹੈਗਾ। ਪੰਜਾਬੀ ਦੀ ਜਿਹੜੀ ਲਿਪੀ ਹੈਗੀ ਉਹ ਕੀ ਹੈਗੀ, ਗੁਰਮੁਖੀ ਹੈਗੀ, ਜੋ ਕਿ ਆਪਾਂ ਮੰਨਦੇ ਹਾਂ ਵੀ ਗੁਰੂਆਂ ਦੁਆਰਾ ਪ੍ਰਚਲਿਤ ਲਿਪੀ ਆ, ਗੁਰੂਆਂ ਦੁਆਰਾ ਬਣਾਈ ਗਈ ਲਿਪੀ ਹੈਗੀ। ਇਸ ਬਾਰੇ ਆਪਾਂ ਅੱਗੇ ਹੋਰ ਪੜ੍ਹਦੇ ਹਾਂਗੇ। ਦੂਸਰਾ ਇਹਦਾ ਗਿਆ ਲਿਪੀ ਦਾ ਪ੍ਰਾਚੀਨ ਰੂਪ, ਕਿਉਂਕਿ ਕੋਈ ਵੀ ਭਾਸ਼ਾ ਹੈਗੀ ਇੱਕਦਮ ਨਾ ਤਾਂ ਉਹ ਲਿਖਤੀ ਰੂਪ ਦੇ ਵਿੱਚ ਆਉਂਦੀ ਆ ਅਤੇ ਨਾ ਹੀ ਉਹ ਬੋਲੀ ਦੇ ਰੂਪ ਦੇ ਵਿੱਚ ਪ੍ਰਗਟ ਹੁੰਦੀ ਹੈਗੀ। ਉਸ ਨੂੰ ਹਜ਼ਾਰਾਂ ਸਾਲ ਦਾ ਸਮਾਂ ਲੱਗ ਜਾਂਦਾ ਕਿਸੇ ਵੀ ਭਾਸ਼ਾ ਨੂੰ ਲਿਖਤੀ ਰੂਪ ਲੈਣ ਲਈ ਔਰ ਬੋਲੀ ਦਾ ਰੂਪ ਲੈਣ ਦੇ ਲਈ। ਹੁਣ ਜਿਵੇਂ ਪਹਿਲਾਂ ਦੱਸਿਆ ਹੈਗਾ, ਕੋਈ ਵੀ ਭਾਸ਼ਾ ਜਿਹੜੀ ਉਹ ਲਿਖਤੀ ਰੂਪ ਦੇ ਵਿੱਚ ਜਿਹੜੀ ਕਿ ਬਾਅਦ ਦੇ ਵਿੱਚ ਆਉਂਦੀ ਆ, ਪਹਿਲਾਂ ਉਹ ਬੋਲੀ ਦੇ ਰੂਪ ਦੇ ਵਿੱਚ ਬੋਲੀ ਜਾਂਦੀ ਹੈਗੀ। ਆਮ ਲੋਕਾਂ ਦੇ ਵਿੱਚ, ਆਮ ਨਾਗਰਿਕਾਂ ਦੇ ਵਿੱਚ, ਆਮ ਵਸਨੀਕ ਜਿਹੜੇ ਕਿਸੇ ਇਲਾਕੇ ਦੇ ਵਿੱਚ ਰਹਿੰਦੇ ਨੇ, ਜਿਹੜੀ ਭਾਸ਼ਾ ਨੂੰ ਬੋਲਦੇ ਨੇ, ਉਸ ਨੂੰ ਪਹਿਲਾਂ ਉਹ ਬੋਲੀ ਦੇ ਰੂਪ ਦੇ ਵਿੱਚ ਅਪਣਾਉਂਦੇ ਨੇ। ਫਿਰ ਉਹ ਹੌਲੀ ਹੌਲੀ ਜਿਹੜੀ ਕਿ ਹਜ਼ਾਰਾਂ ਸਾਲ ਦਾ ਸਮਾਂ ਲੰਘਣ ਤੋਂ ਬਾਅਦ
ਉਸ ਭਾਸ਼ਾ ਦਾ ਲਿਖਤੀ ਰੂਪ ਜਿਹੜਾ ਬਣਦਾ ਗਾ। ਫਿਰ ਉਸ ਦੇ ਵਿੱਚ ਬਹੁਤ ਕਮੀਆਂ ਹੁੰਦੀਆਂ ਨੇ, ਕਮੀਆਂ ਦੂਰ ਹੁੰਦੀਆਂ ਨੇ, ਫਿਰ ਕਿਤੇ ਜਾ ਕੇ ਉਸ ਨੂੰ ਅਸਲੀ ਰੂਪ ਕਿਤੇ ਜਾ ਕੇ ਆਪਾਂ ਜਿਹੜਾ ਅਪਣਾਇਆ ਜਾਂਦਾ ਹੈਗਾ। ਜਿਵੇਂ ਕਿ ਅੱਜ ਦੇ ਸਮੇਂ ਦੇ ਵਿੱਚ ਆਪਾਂ ਜੋ ਗੁਰਮੁਖੀ ਲਿਪੀ ਮੈਂ ਤੁਹਾਡੇ ਸਾਹਮਣੇ ਲਿਖੀ ਹੋਈ ਆ, ਉਸ ਨੂੰ ਅੱਜ ਦੇ ਸਮੇਂ ਤੱਕ ਹੁਣ ਤੱਕ ਇਹ ਰੂਪ ਧਾਰਨ ਲਈ ਕਿੰਨੇ ਹਜ਼ਾਰਾਂ ਸਾਲ ਦਾ ਸਮਾਂ ਲੱਗਿਆ ਗਾ, ਉਹ ਆਪਾਂ ਪੜ੍ਹ ਕੇ ਇਹੀ ਦੇਖ ਸਕਦੇ ਹਾਂਗੇ ਵੀ ਇਸ ਨੂੰ ਘੱਟੋ ਘੱਟ 5000 ਸਾਲ ਦਾ ਸਮਾਂ ਲੱਗਿਆ ਇਸ ਰੂਪ ਦੇ ਵਿੱਚ ਆਉਣ ਦੇ ਲਈ। ਹੁਣ ਉਹਦੇ ਕਿਉਂ ਲਿਪੀ ਦਾ ਪ੍ਰਾਚੀਨ ਰੂਪ ਹੈਗਾ। ਹੁਣ ਲਿਪੀ ਦਾ ਪ੍ਰਾਚੀਨ ਰੂਪ ਕੀ ਹੈਗਾ? ਅੱਜ ਕੱਲ੍ਹ ਦੀ ਲਿਪੀ ਕਿਹੜੀ ਆਪਾਂ ਜਿਹੜੀ ਵਰਤ ਰਹੇ ਹਾਂਗੇ, ਜਿਹੜੇ ਅੱਖਰ ਜਿਵੇਂ ਊੜਾ ਆੜਾ, ਇਹ ਲਿਪੀ ਆ, ਪਰ ਇਹ ਸ਼ੁਰੂ ਦੇ ਵਿੱਚ ਹੀ ਨਹੀਂ ਹੈਗਾ ਸੀ ਵੀ ਊੜਾ ਆੜਾ ਸ਼ੁਰੂ ਦੇ ਵਿੱਚ ਹੀ ਆ ਗਿਆ ਸੀਗਾ। ਉਸ ਤੋਂ ਪਹਿਲਾਂ ਜਦੋਂ ਭਾਸ਼ਾ ਦਾ ਵਿਕਾਸ ਨਹੀਂ ਹੋਇਆ ਸੀਗਾ, ਕਿਸੇ ਬੋਲੀ ਦਾ ਵਿਕਾਸ ਨਹੀਂ ਹੋਇਆ ਸੀਗਾ, ਮਨੁੱਖ ਆਪਣੇ ਵਿਚਾਰ ਦੂਜਿਆਂ ਤੱਕ ਪਹੁੰਚਾਉਣ ਵਾਸਤੇ ਜਾਂ ਆਪਣੇ ਇਮੋਸ਼ਨ ਦੂਜਿਆਂ ਨਾਲ ਸਾਂਝੇ ਕਰਨ ਵਾਸਤੇ ਕਿਸ ਤਰ੍ਹਾਂ ਦੀ ਲਿਪੀ ਦਾ, ਕਿਸ ਤਰ੍ਹਾਂ ਦੀ ਬੋਲੀ ਦਾ ਜਿਹੜਾ ਹੈ ਪ੍ਰਗਟਾਵਾ ਕਰਦਾ ਸੀਗਾ, ਜਾਂ ਉਹਨਾਂ ਨਾਲ ਵਿਚਾਰ ਸਾਂਝੇ ਕਿਵੇਂ ਕਰਦਾ ਸੀਗਾ। ਅੱਜ ਕੱਲ੍ਹ ਆਪਾਂ ਬੋਲ ਕੇ ਆਪਣੇ ਵਿਚਾਰ ਸਾਂਝੇ ਕਰਦੇ ਹਾਂ ਜਾਂ ਲਿਖਤੀ ਰੂਪ 'ਚ ਆਪਣੇ ਵਿਚਾਰ ਸਾਂਝੇ ਕਰਦੇ ਹਾਂ, ਪਰ ਜਦੋਂ ਇਹਨਾਂ ਦੋਏ ਚੀਜ਼ਾਂ ਦੀ ਅਣਹੋਂਦ ਸੀ, ਕੋਈ ਲਿਪੀ ਨਹੀਂ ਸੀਗੀ, ਕੋਈ ਬੋਲੀ ਨਹੀਂ ਸੀਗੀ, ਤਾਂ ਉਸ ਸਮੇਂ ਦਾ ਜੋ ਮਨੁੱਖ ਸੀਗਾ, ਪ੍ਰਾਚੀਨ ਮਨੁੱਖ, ਤਾਂ ਉਹ ਆਪਣੇ ਵਿਚਾਰ ਦੂਜਿਆਂ ਤੱਕ, ਆਪਣਾ ਦੁੱਖ, ਆਪਣਾ ਸੁੱਖ, ਆਪਣੀ ਖੁਸ਼ੀ ਦੂਜਿਆਂ ਨਾਲ ਕਿਵੇਂ ਸਾਂਝੀ ਕਰਦਾ ਸੀਗਾ, ਉਸ ਬਾਰੇ ਆਪਾਂ ਪ੍ਰਾਚੀਨ ਲਿਪੀ ਬਾਰੇ ਥੋੜ੍ਹੀ ਜਾਣਕਾਰੀ ਪ੍ਰਾਪਤ ਕਰਾਂਗੇ। ਸਭ ਤੋਂ ਪਹਿਲਾਂ ਸੀ ਸੂਤਰ ਲਿਪੀ। ਸੂਤਰ ਲਿਪੀ ਕਿਸ ਨੂੰ ਕਿਹਾ ਜਾਂਦਾ ਹੈਗਾ? ਸੂਤਰ ਦਾ ਮਤਲਬ ਆ ਕਿਸੇ ਚੀਜ਼ ਦੇ ਰੰਗ, ਕਿਸੇ ਵੀ ਆਪਣੇ ਵਿਚਾਰਾਂ ਨੂੰ ਪ੍ਰਗਟਾਉਣ ਵਾਸਤੇ ਪ੍ਰਾਚੀਨ ਮਨੁੱਖ ਕੀ ਕਰਦਾ ਸੀਗਾ? ਸਭ ਤੋਂ ਪਹਿਲਾਂ ਸੂਤਰ ਲਿਪੀ ਅਪਣਾਈ ਉਸਨੇ। ਸੂਤਰ ਲਿਪੀ ਦੇ ਵਿੱਚ ਕੀ ਕਰਦਾ ਸੀ? ਵੱਖ-ਵੱਖ ਤਰ੍ਹਾਂ ਦੇ ਰੰਗਾਂ ਦੇ ਧਾਗੇ ਜਾਂ ਕੱਪੜੇ, ਘੋਗੇ, ਸਿੱਪੀਆਂ, ਉਹਨਾਂ ਨੂੰ ਲੈ ਕੇ ਉਹਨਾਂ ਨੂੰ ਆਪਣੇ ਜਾਣਕਾਰ, ਆਪਣੇ ਰਿਸ਼ਤੇਦਾਰਾਂ ਤੱਕ ਪਹੁੰਚਾਉਂਦਾ ਸੀਗਾ। ਹਰੇਕ ਖੁਸ਼ੀ ਵਾਸਤੇ ਅਲੱਗ ਤਰ੍ਹਾਂ ਦਾ ਧਾਗਾ, ਰੰਗ ਜਿਹੜਾ ਚੂਜ਼ ਕੀਤਾ ਹੋਇਆ ਸੀਗਾ, ਜਾਂ ਘੋਗੇ ਜਾਂ ਸਿੱਪੀਆਂ ਖੁਸ਼ੀ ਵਾਸਤੇ ਅਲੱਗ, ਗਮੀ ਵਾਸਤੇ ਅਲੱਗ, ਹਰੇਕ ਚੀਜ਼ ਵਿਚਾਰ ਵਾਸਤੇ, ਉਹਨਾਂ ਦੇ ਦੁੱਖ ਸੁੱਖ ਵਾਸਤੇ ਜਿਹੜੇ ਅਲੱਗ-ਅਲੱਗ ਤਰ੍ਹਾਂ ਦੇ ਅਪਣਾਏ ਹੋਏ ਸੀਗੇ, ਉਸ ਨੂੰ ਆਪਾਂ ਸੂਤਰ ਲਿਪੀ ਕਹਿ ਦਿੰਦੇ ਹੈਗੇ। ਉਹ ਉਸ ਦੇ ਵਿੱਚ ਜਿਹੜੇ ਵੱਖ-ਵੱਖ ਰੰਗਾਂ ਦੇ ਵਿੱਚ ਆਪਣੇ ਧਾਗੇ ਜਾਂ ਕੱਪੜੇ ਜਾਂ ਘੁੱਗੇ, ਸਿੱਪੀਆਂ ਭੇਜਦਾ ਸੀਗਾ, ਜਿਸ ਤੋਂ ਦੂਸਰਾ ਮਨੁੱਖ ਅੰਦਾਜ਼ਾ ਲਗਾ ਲੈਂਦਾ ਸੀਗਾ ਵੀ ਉਹ ਕੀ ਕਹਿਣਾ ਚਾਹੁੰਦਾ ਹੈਗਾ। ਪਰ ਇਹ ਲਿਪੀ ਜ਼ਿਆਦਾ ਕਾਮਯਾਬ ਨਾ ਹੋ ਸਕੀ, ਜ਼ਿਆਦਾਤਰ ਕਿਉਂਕਿ ਇਹ ਲਿਪੀ ਸਮਝ ਤੋਂ ਬਾਹਰ ਹੁੰਦੀ ਸੀਗੀ। ਉਸ ਤੋਂ ਬਾਅਦ ਦੂਸਰਾ ਰੂਪ ਆਇਆ ਸੀ ਗੰਢ ਲਿਪੀ। ਇਸ ਦੇ ਵਿੱਚ ਕੀ ਕੀਤਾ ਗਿਆ? ਜਿਵੇਂ ਆਪਾਂ ਕੋਈ ਚੀਜ਼ ਭੁੱਲ ਜਾਂਦੇ, ਪੁਰਾਣੀਆਂ ਬੁੜੀਆਂ ਹੁੰਦੀਆਂ ਨੇ ਪਿੰਡਾਂ ਦੇ ਵਿੱਚ, ਉਹ ਕੋਈ ਚੀਜ਼ ਨੂੰ ਯਾਦ ਕਰਨ ਵਾਸਤੇ ਚੁੰਨੀ ਦੇ ਵਿੱਚ ਗੰਢ ਮਾਰ ਕੇ ਰੱਖ ਲੈਂਦੇ ਸੀਗੇ। ਉਸੇ ਤਰ੍ਹਾਂ ਪ੍ਰਾਚੀਨ ਸਮੇਂ ਦੇ ਵਿੱਚ ਕੀ ਕਰਿਆ ਗਿਆ? ਫਿਰ ਦੂਸਰਾ ਰੂਪ ਆਇਆ ਸੀ ਗੰਢ ਲਿਪੀ ਦਾ। ਗੰਢ ਲਿਪੀ ਦੇ ਵਿੱਚ ਮਨੁੱਖ ਕੀ ਕਰਦਾ ਸੀ? ਵੱਖ-ਵੱਖ ਤਰ੍ਹਾਂ ਦੇ ਧਾਗੇ, ਕੱਪੜੇ ਅਪਣਾਉਂਦਾ ਅਤੇ ਉਸ ਦੇ ਵਿੱਚ ਗੰਢਾਂ ਮਾਰ ਲੈਂਦਾ ਸੀਗਾ, ਅਤੇ ਉਹ ਗੰਢਾਂ ਮਾਰ ਕੇ ਆਪਣਾ ਸੁਨੇਹਾ ਦੂਜਿਆਂ ਤੱਕ ਭੇਜਦਾ ਸੀ। ਜਿਵੇਂ ਚਿੱਠੀ ਭੇਜੀ ਜਾਂਦੀ, ਅੱਜ ਕੱਲ੍ਹ ਲਿਖਤੀ ਰੂਪ 'ਚ ਭੇਜੀ ਜਾਂਦੀ ਸੀਗੀ, ਉਸੇ ਤਰ੍ਹਾਂ ਉਹ ਧਾਗੇ ਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਧਾਗਾ ਹੁੰਦਾ ਸੀ, ਕੱਪੜਾ ਹੁੰਦਾ ਸੀ, ਉਸ ਦੇ ਵਿੱਚ ਉਹ ਗੰਢਾਂ ਮਾਰ ਦਿੰਦੇ ਸੀ, ਕਿਸੇ 'ਚ 1, 2 ਜਾਂ 4। ਉਹ ਹਰੇਕ ਜਿਹੜੀ ਗੰਢ ਜਿਹੜੀ ਖੁਸ਼ੀ ਦਾ, ਗਮੀ ਦਾ, ਦੁੱਖ ਦਾ ਪ੍ਰਤੀਕ ਹੁੰਦੀ ਸੀ। ਭੇਜਣ ਵਾਲੇ ਨੂੰ ਪਤਾ ਹੁੰਦਾ ਸੀ ਅਤੇ ਜਿਸ ਕੋਲੇ ਜਾਣੀ ਆ ਉਸ ਨੂੰ ਵੀ ਉਸ ਗੰਢ ਲਿਪੀ ਤੋਂ ਪਤਾ ਲੱਗ ਜਾਂਦਾ ਸੀ ਵੀ ਇਹ ਖੁਸ਼ੀ ਦਾ ਸੁਨੇਹਾ ਜਾਂ ਗਮੀ ਦਾ ਸੁਨੇਹਾ। ਪਰ ਇਹ ਵੀ ਕੋਈ ਜ਼ਿਆਦਾ ਕਾਮਯਾਬ ਨਾ ਹੋ ਸਕੀ, ਜਿਸ ਕਾਰਨ ਇਹ ਗੰਢ ਲਿਪੀ ਵੀ ਹੌਲੀ ਹੌਲੀ ਕਰਕੇ ਅਲੋਪ ਹੋ ਗਈ। ਉਸ ਤੋਂ ਅਗਲਾ ਰੂਪ ਆਇਆ ਚਿੱਤਰ ਲਿਪੀ ਦਾ।
ਜਿਵੇਂ ਜਿਵੇਂ ਮਨੁੱਖ ਦੀ ਬੁੱਧੀ ਵਿਕਾਸ ਕਰਦੀ ਗਈ, ਮਨੁੱਖ ਵਿਕਾਸ ਕਰਦਾ ਗਿਆ, ਉਸ ਦਾ ਦਿਮਾਗ ਵੀ ਵਿਕਾਸ ਕਰਦਾ ਗਿਆ। ਉਸਨੇ ਪਹਿਲਾਂ ਸੂਤਰ ਲਿਪੀ ਅਪਣਾਈ, ਫਿਰ ਉਸਨੇ ਗੰਢ ਲਿਪੀ ਅਪਣਾਈ ਅਤੇ ਤੀਸਰੀ ਥਾਂ 'ਤੇ ਆ ਕੇ ਉਸਨੇ ਚਿੱਤਰ ਲਿਪੀ ਅਪਣਾ ਲਈ। ਚਿੱਤਰ ਲਿਪੀ ਦੇ ਵਿੱਚ ਕੀ ਸੀ, ਉਹ ਕੁਝ ਤਸਵੀਰਾਂ ਅਪਣਾਉਂਦਾ ਸੀਗਾ, ਜਿਸ ਦੇ ਵਿੱਚ ਉਹ ਤਸਵੀਰਾਂ ਰਾਹੀਂ ਆਪਣਾ ਮੈਸੇਜ ਆਪਣੇ ਰਿਸ਼ਤੇਦਾਰਾਂ, ਯਾਰਾਂ ਦੋਸਤਾਂ ਦੇ ਵਿੱਚ ਪਹੁੰਚਾਉਂਦਾ ਸੀਗਾ। ਦੁੱਖ ਦਾ ਸੁਨੇਹਾ ਸੀ ਜਾਂ ਖੁਸ਼ੀ ਦਾ ਸੁਨੇਹਾ ਸੀਗਾ, ਜਾਂ ਕਿਸੇ ਵੀ ਤਰ੍ਹਾਂ ਦਾ ਸੁਨੇਹਾ ਹੁੰਦਾ ਸੀ, ਉਹ ਸਿਰਫ ਵੱਖ-ਵੱਖ ਤਰ੍ਹਾਂ ਦੇ ਚਿੱਤਰ ਅਪਣਾ ਕੇ ਉਹਨਾਂ ਨੂੰ ਭੇਜਦਾ ਸੀ। ਉਹ ਚਿੱਤਰ ਦੇ ਰਾਹੀਂ ਹੀ ਅੰਦਾਜ਼ਾ ਲਗਾਇਆ ਜਾਂਦਾ ਸੀ ਵੀ ਕੀ ਇਹ ਸੁਨੇਹਾ ਸੁੱਖ ਦਾ, ਦੁੱਖ ਦਾ, ਗਮੀ ਦਾ ਜਾਂ ਕਿਸੇ ਹੋਰ ਪ੍ਰਕਾਰ ਦਾ ਗਾ। ਪਰ ਇਹ ਚਿੱਤਰ ਲਿਪੀ ਜ਼ਿਆਦਾਤਰ ਕਾਮਯਾਬ ਨਹੀਂ ਹੋ ਸਕੀ। ਇਹ ਗੰਢ ਲਿਪੀ ਅਤੇ ਜਿਹੜੀ ਸੂਤਰ ਲਿਪੀ ਨਾਲੋਂ ਵੀ ਘੱਟ ਸਮੇਂ ਚੱਲੀ, ਕਿਉਂਕਿ ਇਸ ਦੇ ਵਿੱਚ ਕੀ ਸੀਗਾ, ਜ਼ਿਆਦਾਤਰ ਚਿੱਤਰ ਲਿਪੀ ਆਮ ਲੋਕਾਂ ਦੀ, ਉਸ ਸਮੇਂ ਦੇ ਜਿਹੜੇ ਆਮ ਲੋਕ ਸੀ ਉਹਨਾਂ ਦੀ ਸਮਝ ਤੋਂ ਬਾਹਰ ਹੁੰਦੀ ਸੀਗੀ। ਇੱਕ ਚਿੱਤਰ ਤੋਂ ਕਈ ਤਰ੍ਹਾਂ ਦੇ ਅੰਦਾਜ਼ੇ ਲਗਾਏ ਜਾਂਦੇ ਸੀਗੇ, ਕਈ ਵਾਰ ਗਲਤ ਅੰਦਾਜ਼ਾ ਵੀ ਲੱਗ ਜਾਂਦਾ ਸੀਗਾ, ਜਿਸ ਕਰਕੇ ਚਿੱਤਰ ਲਿਪੀ ਵੀ ਖਤਮ ਹੋ ਗਈ। ਉਸ ਤੋਂ ਬਾਅਦ ਆਇਆ ਭਾਵ ਲਿਪੀ। ਭਾਵ ਲਿਪੀ ਦੇ ਵਿੱਚ ਵੀ ਕੀ ਆ, ਭਾਵ ਦਾ ਮਤਲਬ ਮਹਿਸੂਸ ਕਰਨਾ ਕਿਸੇ ਚੀਜ਼ ਨੂੰ। ਉਸ ਤਰ੍ਹਾਂ ਦਾ ਜਿਹੜਾ ਉਹਨਾਂ ਨੇ ਅਪਣਾਇਆ, ਕਿਉਂਕਿ ਬੁੱਧੀ ਦਾ ਵਿਕਾਸ ਹੋ ਚੁੱਕਿਆ ਸੀਗਾ। ਮਨੁੱਖ ਉਸ ਸਮੇਂ ਤੱਕ ਉਹਨਾਂ ਦੀ ਬੁੱਧੀ ਦਾ ਕਾਫੀ ਜ਼ਿਆਦਾ ਵਿਕਾਸ ਕਰ ਚੁੱਕਿਆ ਸੀਗਾ, ਅਤੇ ਉਸ ਦੇ ਵਿੱਚ ਕਾਫੀ ਤਰ੍ਹਾਂ ਦੀਆਂ ਜਿਹੜੀਆਂ ਹੋਰ ਦੇਸ਼ਾਂ ਦੀਆਂ, ਜਿਵੇਂ ਅਰਬੀ ਲਿਪੀ, ਯੂਨਾਨੀ ਲਿਪੀ, ਚੀਨੀ ਲਿਪੀ ਆਦਿ ਜਿਹੜੀਆਂ, ਜਾਂ ਮਿਸਰ ਦੀਆਂ ਲਿਪੀਆਂ ਸੀਗੀਆਂ, ਉਹਨਾਂ ਦੇ ਵਿੱਚੋਂ ਕੁਝ ਜਿਹੜੀਆਂ ਚੀਜ਼ਾਂ ਅਪਣਾ ਕੇ ਉਹਨਾਂ ਨੇ ਭਾਵ ਲਿਪੀ ਜਿਹੜੀ ਬਣਾ ਲਈ ਸੀਗੀ। ਭਾਵ ਦਾ ਮਤਲਬ ਆਪਾਂ ਮਹਿਸੂਸ ਕਰ ਸਕਦੇ ਹਾਂ ਵੀ ਕਿਸੇ ਚੀਜ਼ ਦਾ ਮਤਲਬ, ਭਾਵ ਦਾ ਮਤਲਬ ਮਹਿਸੂਸ ਕਰਨਾ। ਭਾਵ ਲਿਪੀ ਤੋਂ ਬਾਅਦ ਜਿਵੇਂ ਦਿਮਾਗ ਨੇ ਵਿਕਸਿਤ ਹੋਇਆ, ਇਨਸਾਨ ਦਾ ਦਿਮਾਗ ਵਿਕਸਿਤ ਹੋ ਚੁੱਕਿਆ ਸੀਗਾ, ਅਤੇ ਅਲੱਗ-ਅਲੱਗ ਦੇਸ਼ਾਂ ਦੇ ਵਿੱਚ, ਅਲੱਗ-ਅਲੱਗ ਕੰਟਰੀਆਂ ਦੇ, ਪਰ ਜਿਨ੍ਹਾਂ ਦੇ ਵਿੱਚ ਕਹਿੰਦੇ ਆ, ਜਿਵੇਂ ਮਿਸਰ ਦੀ ਲਿਪੀ ਹੋ ਗਈ, ਅਰਬ ਦੀ ਲਿਪੀ ਹੋ ਗਈ, ਜਿਹੜੀਆਂ ਸਭ ਤੋਂ ਪੁਰਾਣੀਆਂ ਲਿਪੀਆਂ ਮੰਨੀ ਜਾਂਦੀਆਂ ਨੇ। ਮਿਸਰ ਦੀ ਲਿਪੀ, ਅਰਬ ਦੀ ਲਿਪੀ, ਜਿਹਨੂੰ ਅਰਬੀ ਲਿਪੀ ਕਿਹਾ ਜਾਂਦਾ, ਯੂਨਾਨੀ ਲਿਪੀ ਜਾਂ ਚੀਨੀ ਲਿਪੀ, ਬ੍ਰਹਮੀ ਲਿਪੀ, ਜਿਹੜੀ 400 ਸਾਲ ਪੁਰਾਣੀਆਂ ਲਿਪੀਆਂ ਅੱਜ ਕੱਲ੍ਹ ਲਿਪੀ ਪੜ੍ਹਾਈ ਜਾਂਦੀ, ਉਹਨਾਂ ਦਾ 400 ਸਾਲ ਪੁਰਾਣਾ ਰੂਪ ਮੰਨਿਆ ਜਾਂਦਾ ਹੈਗਾ। ਅਤੇ ਉਸ ਦੇ ਵਿੱਚ ਇਹ ਕੀ ਸੀ, ਵਰਨ ਲਿਪੀ ਜਿਹੜੀ ਸਭ ਤੋਂ ਲਾਸਟ ਦੇ ਵਿੱਚ ਆਈ, ਜਿਸ ਦੇ ਵਿੱਚ ਲਿਖਤੀ ਰੂਪ ਦੇ ਵਿੱਚ ਲਿਪੀ ਆਉਣੀ ਸ਼ੁਰੂ ਹੋ ਚੁੱਕੀ ਸੀ। ਅੱਖਰਾਂ ਦੀ ਬਨਾਵਟ, ਜਿਹੜੇ ਅੱਖਰ ਸੀਗੇ ਇੱਕ ਦੂਜੀ ਜਿਹੜੀਆਂ ਲਿਪੀਆਂ ਸੀਆਂ, ਧੁਨੀਆਂ ਸੀਆਂ। ਹੁਣ ਭਾਵ ਲਿਪੀ ਦੇ ਵਿੱਚ ਕੀ ਸੀ, ਸਿੰਪਲ ਧੁਨੀ ਸੀ, ਇਕੱਲੀ ਆਵਾਜ਼ ਸੀ। ਪਰ ਵਰਨ ਲਿਪੀ ਦੇ ਵਿੱਚ ਕੀ ਆ ਗਏ ਸੀਗੇ, ਅੱਖਰ ਆ ਗਏ ਸੀਗੇ, ਜਿਵੇਂ ਕੱਕਾ, ਖੱਖਾ ਆਦਿ। ਇਹਨਾਂ ਨੇ ਆਪਣਾ ਰੂਪ ਲੈ ਲਿਆ ਸੀਗਾ। ਇਹ ਜਿਹੜੀਆਂ ਇੱਕ ਦੂਜੇ ਲਿਪੀਆਂ ਸੀਆਂ, ਸੰਸਾਰ ਦੇ ਜਿੰਨੀਆਂ ਲਿਪੀਆਂ ਸੀਆਂ, ਇਹਨਾਂ ਨੇ ਇੱਕ ਦੂਜੇ ਤੋਂ ਅੱਖਰ ਗ੍ਰਹਿਣ ਕਰਨੇ ਸ਼ੁਰੂ ਕਰਤੇ ਸੀਗੇ। ਹੁਣ ਆਪਾਂ ਉਸ ਤੋਂ ਬਾਅਦ ਜਿਹੜੀ ਹੈਗੀ ਆਪਾਂ ਜਿਹਦੀ ਗੱਲ ਕਰੀਏ, ਆਪਣੀ ਗੁਰਮੁਖੀ ਲਿਪੀ ਦੀ ਗੱਲ ਕਰ ਦਿਆਂਗੇ ਵੀ ਵਰਨ ਲਿਪੀ ਜਿਹੜੀ ਸਭ ਤੋਂ ਪੁਰਾਣੀ ਹੈ। ਇਸ ਦੇ ਵਿੱਚ ਵਰਨ ਲਿਪੀ ਸਭ ਤੋਂ ਪੁਰਾਣੀ ਹੈਗੀ। ਵਰਨ ਲਿਪੀ ਦੇ ਵਿੱਚ ਜਿਹੜੇ ਗੁਰਮੁਖੀ ਦੇ ਅੱਖਰ ਸੀਗੇ, ਵਰਨ ਲਿਪੀ, ਗੁਰਮੁਖੀ ਲਿਪੀ ਇਜ਼ੀਕਲ ਟੂ ਵਰਨ ਲਿਪੀ ਦੇ ਅੱਖਰ ਜਿਹੜੇ ਆਪਾਂ ਕਹੀਏ ਵੀ ਇਹ 5000 ਸਾਲ ਪੁਰਾਣੀ 5000 ਸਾਲ ਪੁਰਾਣੀ ਲਿਪੀ ਸੀ। ਪਰ ਗੁਰਮੁਖੀ ਲਿਪੀ ਨੂੰ ਆਪਾਂ 400 ਸਾਲ ਪੁਰਾਣੀ ਮੰਨਦੇ ਹਾਂ ਲਗਭਗ। ਹੁਣ ਵਰਨ ਲਿਪੀ ਦੇ ਕਿਉਂ ਕਿਹਾ ਜਾਂਦਾ ਵੀ ਗੁਰਮੁਖੀ ਲਿਪੀ ਤੇ ਜਿਹੜੀ ਵਰਨ ਲਿਪੀ ਆ
ਉਹ 5000 ਸਾਲ ਪੁਰਾਣੀ ਸੀ ਤੇ ਗੁਰਮੁਖੀ ਲਿਪੀ 400 ਸਾਲ ਪੁਰਾਣੀ ਸੀ, ਕਿਉਂਕਿ ਵਰਨ ਲਿਪੀ ਦੇ ਜਿਹੜੇ ਅੱਖਰ ਸੀਗੇ ਉਹ ਅੱਖਰ ਗੁਰਮੁਖੀ ਲਿਪੀ ਦੇ ਅਕੋਰਡਿੰਗ ਨਹੀਂ ਸੀਗੇ, ਉਸ ਦੇ ਅਨੁਸਾਰ ਨਹੀਂ ਸੀਗੇ। ਉਹ ਹੌਲੀ ਹੌਲੀ ਉਸਨੇ ਅਲੱਗ-ਅਲੱਗ ਲਿਪੀਆਂ ਦੇ ਵਿੱਚੋਂ, ਸੰਸਾਰ ਦੇ ਜਿਹੜੀਆਂ ਅਲੱਗ-ਅਲੱਗ ਲਿਪੀਆਂ ਸੀਆਂ ਉਸ ਦੇ ਵਿੱਚੋਂ ਅੱਖਰ ਲੈ ਲੈ ਕੇ ਅਜੋਕੀ ਜੋ ਗੁਰਮੁਖੀ ਲਿਪੀ ਆ ਉਹ ਲਿਪੀ ਨੇ ਆਪਣਾ ਰੂਪ ਧਾਰਨ ਕੀਤਾ ਸੀਗਾ। ਉਸ ਦਾ ਇੱਕ ਉਦਾਹਰਨ ਹੈਗੀ ਇਹਦਾ ਰੇਖਾ ਚਿੱਤਰ। ਬ੍ਰਹਮੀ ਜਿਹੜੀ ਆਪਣੀ ਜਿਹੜੀ ਗੁਰਮੁਖੀ ਲਿਪੀ ਆ, ਆਧੁਨਿਕ ਗੁਰਮੁਖ ਲਿਪੀ ਆ, ਉਹਨੇ ਕਿਵੇਂ ਵਿਕਾਸ ਕੀਤਾ। ਵਰਨ ਲਿਪੀ ਤੋਂ ਲੈ ਕੇ 5000 ਸਾਲ ਤੱਕ ਜਿਹੜੀ ਇਹ ਲਿਪੀ ਚੱਲਦੀ ਰਹੀ ਆ। 5000 ਸਾਲ ਤੋਂ ਲੈ ਕੇ ਆਧੁਨਿਕ ਸਮੇਂ ਤੱਕ ਕਿਵੇਂ ਗੁਰਮੁਖੀ ਲਿਪੀ ਦਾ ਰੂਪ ਧਾਰਨ ਕੀਤਾ ਸੀਗਾ। ਹੁਣ ਸਭ ਤੋਂ ਪੁਰਾਣੀ ਲਿਪੀ ਆਪਾਂ ਜਿਹੜੀ ਭਾਰਤ ਦੀ ਸਭ ਤੋਂ ਪੁਰਾਣੀ ਲਿਪੀ ਆਪਾਂ ਬ੍ਰਹਮੀ ਨੂੰ ਮੰਨਦੇ ਆਂਗੇ। ਜਿਹੜੀ ਬ੍ਰਹਮੀ ਲਿਪੀ ਹੈਗੀ ਭਾਰਤ ਦੀ ਸਭ ਤੋਂ ਪੁਰਾਣੀ ਲਿਪੀ ਬ੍ਰਹਮੀ ਲਿਪੀ ਹੈ। ਜਿਹੜੀ ਬ੍ਰਹਮੀ ਲਿਪੀ ਹੈਗੀ ਭਾਰਤ ਦੀ ਸਭ ਤੋਂ ਪੁਰਾਣੀ ਲਿਪੀ ਹੈਗੀ। ਜਿੰਨੀਆਂ ਵੀ ਭਾਸ਼ਾਵਾਂ ਭਾਰਤ ਦੇ ਵਿੱਚ ਪੈਦਾ ਹੋਈਆਂ ਨੇ ਜ਼ਿਆਦਾਤਰ ਉਹ ਬ੍ਰਹਮੀ ਲਿਪੀ ਦੀ ਦੇਣ ਨੇਗੀਆਂ, ਬ੍ਰਹਮੀ ਲਿਪੀ ਦੇ ਵਿੱਚੋਂ ਪੈਦਾ ਹੋਈਆਂ ਨੇਗੀਆਂ। ਹੁਣ ਪੰਜਾਬੀ ਵੀ ਬ੍ਰਹਮੀ ਲਿਪੀ ਦੇ ਵਿੱਚੋਂ ਹੀ ਪੈਦਾ ਹੋਈ ਹੈਗੀ। ਹੁਣ ਕਿਵੇਂ, ਹੁਣ ਬ੍ਰਹਮੀ ਲਿਪੀ ਦੇ ਵਿੱਚ ਹੁਣ ਸਭ ਤੋਂ ਪਹਿਲਾਂ ਬ੍ਰਹਮੀ ਲਿਪੀ, ਉਸ ਤੋਂ ਬਾਅਦ ਉਸ ਦਾ ਦੋ ਰੂਪ ਬਣੇ, ਉੱਤਰ ਸ਼ੈਲੀ ਤੇ ਦੱਖਣ ਸ਼ੈਲੀ। ਜਾਣੀ ਕਿ ਭਾਰਤ ਦੇ ਦੋ ਹਿੱਸਿਆਂ ਦੇ ਵਿੱਚ ਡਿਵਾਈਡ ਕੀਤਾ ਗਿਆ, ਉੱਤਰ ਦੇ ਵਾਲੇ ਪਾਸੇ ਵਾਲਾ ਤੇ ਦੱਖਣ ਵਾਲੇ ਪਾਸੇ ਵਾਲੀਆਂ ਬੋਲੀਆਂ ਦਾ। ਹੁਣ ਆਪਾਂ ਉਸ ਤੋਂ, ਕਿਉਂਕਿ ਗੁਰਮੁਖੀ ਲਿਪੀ ਉੱਤਰੀ ਸ਼ੈਲੀ ਦੇ ਵਿੱਚੋਂ ਪੈਦਾ ਹੋਈ ਹੈਗੀ, ਆਪਾਂ ਉਸ ਬਾਰੇ ਜਾਣਕਾਰੀ ਪ੍ਰਾਪਤ ਕਰਾਂਗੇ। ਸਭ ਤੋਂ ਪਹਿਲਾਂ ਬ੍ਰਹਮੀ ਲਿਪੀ ਦੇ ਵਿੱਚੋਂ ਪੈਦਾ ਹੋਈ ਉੱਤਰ ਸ਼ੈਲੀ ਲਿਪੀ। ਉੱਤਰ ਸ਼ੈਲੀ ਲਿਪੀ ਦੇ ਵਿੱਚੋਂ ਗੁਪਤ ਸ਼ੈਲੀ, ਜਿਹੜੇ ਗੁਪਤ ਰਾਜ, ਗੁਪਤ ਸਾਮਰਾਜ ਨੇ ਜਿਹੜੇ ਆਪਣੇ ਜੇ ਪੇਸ਼ ਕੀਤੇ ਸੀਗੇ ਗੁਪਤ। ਅਤੇ ਉਸ ਤੋਂ ਬਾਅਦ ਕੁਟਿਲ ਸ਼ੈਲੀ, ਜੋ ਕੁਟਿਲ ਰਾਜਾ ਸੀਗਾ ਉਸਨੇ ਆਪਣੇ ਸ਼ਿਲਾ ਲੇਖ ਲਿਖੇ ਸੀਗੇ ਉਸ ਲਿਪੀ ਦੇ ਵਿੱਚ। ਪਹਿਲਾਂ ਉੱਤਰ ਸ਼ੈਲੀ, ਫਿਰ ਗੁਪਤ ਸ਼ੈਲੀ, ਫਿਰ ਕੁਟਿਲ ਸ਼ੈਲੀ। ਕੁਟਿਲ ਸ਼ੈਲੀ ਦੇ ਵਿੱਚੋਂ ਦੋ ਲਿਪੀਆਂ ਨੇ ਆਪਣਾ ਜਨਮ ਲਿਆ ਸੀ, ਇੱਕ ਤਾਂ ਦੇਵਨਾਗਰੀ ਅਤੇ ਦੂਸਰੀ ਹੈਗੀ ਸੀ ਸ਼ਾਰਦਾ। ਦੇਵਨਾਗਰੀ ਲਿਪੀ ਆਪਾਂ ਨੂੰ ਪਤਾ, ਆਪਾਂ ਹਿੰਦੀ ਨੂੰ ਕਹਿੰਦੇ ਹੈਗੇ, ਅਤੇ ਸ਼ਾਰਦਾ ਲਿਪੀ ਦੇ ਵਿੱਚੋਂ ਅੱਗੇ ਚਾਰ ਲਿਪੀਆਂ ਪੈਦਾ ਹੋਈਆਂ। ਲੰਡੇ ਲਿਪੀ ਜਿਹੜੀ ਹੈਗੀ ਸੀਗੀ, ਜਿਹੜੇ ਪੁਰਾਣੇ ਬਾਣੀਏ ਜਿਹੜੇ ਜਿਹੜੇ ਕਿਸੇ ਨੂੰ ਕਰਜ਼ਾ ਦੇਣ ਵਾਲੇ, ਵਿਆਜ ਦੇਣ ਵਾਲੇ ਹੁੰਦੇ ਸੀਗੇ, ਜਿਵੇਂ ਆੜਤੀ ਕਹਿੰਦੇ ਨੇ, ਉਹ ਜਿਹੜੀ ਭਾਸ਼ਾ ਲਿਖਦੇ ਸੀਗੇ ਅੱਜ ਦੇ ਸਮੇਂ 'ਚ ਵੀ ਉਹ ਲਿਖਦੇ ਨੇ, ਉਸ ਨੂੰ ਲੰਡੇ ਲਿਪੀ ਕਿਹਾ ਜਾਂਦਾ ਸੀਗਾ। ਫਿਰ ਇੱਕ ਉਸ ਤੋਂ ਬਾਅਦ ਟਾਕਰੀ ਲਿਪੀ ਪੈਦਾ ਹੋਈ, ਅਰਧਨਾਗਰੀ ਲਿਪੀ ਪੈਦਾ ਹੋਈ, ਅਤੇ ਚੌਥੇ ਨੰਬਰ 'ਤੇ ਜਿਹੜੀ ਹੈਗੀ ਸੀ ਉਸ ਦੇ ਵਿੱਚੋਂ ਗੁਰਮੁਖੀ ਲਿਪੀ ਪੈਦਾ ਹੋਈ। ਗੁਰਮੁਖੀ ਲਿਪੀ ਪੈਦਾ ਹੋਣ ਨੂੰ ਉਹਦੇ ਜਿਹੜੇ ਹੈਗਾ ਸੀਗਾ 5000 ਸਾਲ ਦਾ ਸਮਾਂ ਲੱਗ ਗਿਆ ਸੀਗਾ। 5000 ਸਾਲ ਦਾ ਸਮਾਂ ਗੁਰਮੁਖੀ ਲਿਪੀ ਨੂੰ ਆਧੁਨਿਕ ਰੂਪ ਲੈਣ ਲਈ ਲੱਗ ਗਿਆ ਸੀ। ਪੰਜ ਹਜ਼ਾਰ ਸਾਲ ਦੇ ਸੰਘਰਸ਼ ਦੇ ਪਿੱਛੋਂ ਜਿਹੜੀ ਹੈਗੀ ਸੀ ਗੁਰਮੁਖੀ ਲਿਪੀ ਆਪਣੇ ਇਸ ਰੂਪ ਦੇ ਵਿੱਚ ਆਈ ਹੈਗੀ। ਹੁਣ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਵੀ ਇਹ ਤਾਂ ਹੁਣ ਆਪਣੀ ਹੋ ਗਈ ਵੀ ਗੁਰਮੁਖੀ ਲਿਪੀ ਜਿਹੜੀ ਆਧੁਨਿਕ ਰੂਪ ਦੇ ਵਿੱਚ ਆਈ ਹੈਗੀ, ਪਰ ਇਸ ਦਾ ਨਿਕਾਸ ਕਿਵੇਂ ਹੋਇਆ। ਹੁਣ ਗੁਰਮੁਖੀ ਲਿਪੀ ਦਾ ਨਿਕਾਸ ਕਿਵੇਂ, ਇਹ ਤਾਂ ਹੁਣ ਗੁਰਮੁਖੀ ਲਿਪੀ ਜਿਹੜੀ ਵਰਨ ਦੇ ਰੂਪ ਦੇ ਵਿੱਚ ਆਈ ਹੈ, ਲਿਪੀ ਦੀ ਗੱਲ ਹੋ ਰਹੀ ਸੀ ਹੁਣ ਤੱਕ ਤਾਂ। ਹੁਣ ਇਸ ਦੇ ਨਿਕਾਸ ਤੇ ਵਿਕਾਸ ਦੀ ਗੱਲ ਕਰੀਏ ਜੇ ਆਪਾਂ, ਇਸ ਦਾ ਨਿਕਾਸ ਕਿਵੇਂ ਹੋਇਆ, ਨਿਕਾਸ ਤਾਂ ਹੋਇਆ, ਵਿਕਾਸ ਕਿਵੇਂ ਹੋਇਆ। ਹੁਣ ਜ਼ਿਆਦਾਤਰ ਆਪਾਂ ਕੀ ਮੰਨਦੇ ਆ ਵੀ ਗੁਰਮੁਖੀ ਲਿਪੀ ਗੁਰੂਆਂ ਦੁਆਰਾ ਬਣਾਈ ਗਈ ਲਿਪੀ ਹੈ।
इस करके इस दा नाम गुरमुखी पिया है। पर यह जिहड़ा कथन हैगा किसी हद तक सही साबित नहीं हुंदा गा, क्योंकि जिहड़ी गुरमुखी लिपि सीगी गुरु नानक देव जी ते होरां दे समय तो पहलां, इस वास्ते तीन जिहड़ियां का जे अपने इस दे विच तीन मत नेगे, इस बारे तीन मत नेगे, तीन मत मन्ने जांदे नेगे। पहला कि गुरु नानक देव जी तो गुरु नानक देव जी द्वारा बनाई गई लिपि। दूसरा जिहड़ा हैगा सीगा गुरु अंगद देव जी द्वारा बनाई गई लिपि। तीसरे मत अनुसार सीगा बाबा श्री चंद जी द्वारा बनाई गई लिपि। हुण अलग अलग जिहड़े व्याकरणकार सीगे पंजाबी दे इतिहासकार सीगे, उन्हां दे विच इह मत रहा हैगा भी जिहड़ी पंजाबी दी गुरमुखी लिपि हैगी ਉਹ गुरु नानक देव जी द्वारा बनाई गई हैगी। तो कई जने मानते सीगे भी गुरु अंगद देव जी द्वारा बनाई गई आ, तो कईयां द्वारा मन्निया गया है भी जिहड़ी गुरमुखी लिपि हैगी ਇਹਦੇ ਜਿਹੜੇ ਅੱਖਰ ਨੇਗੇ ਉਹ ਬਾਬਾ ਸ਼੍ਰੀ ਚੰਦ ਜੀ ਦੁਆਰਾ ਬਣਾਏ ਗਏ ਨੇਗੇ। ਪਰ ਇਹ ਤਿੰਨੇ ਮਾਤਾਂ ਨੂੰ ਇੱਥੇ ਗਲਤ ਸਾਬਤ ਹੋ ਜਾਂਦੇ ਨੇ, ਕਿਉਂਕਿ ਜਿਹੜੀ ਗੁਰਮੁਖੀ ਲਿਪੀ ਆ ਗੁਰੂ ਨਾਨਕ ਦੇਵ ਜੀ ਦੀ ਜਿਹੜੀ ਬਾਣੀ ਤੋਂ ਪਹਿਲਾਂ ਹੋਂਦ ਵਿੱਚ ਆ ਚੁੱਕੀ ਸੀ। ਹੁਣ ਸਭ ਤੋਂ ਪਹਿਲਾਂ ਗੁਰੂ ਨਾਨਕ ਦੇਵ ਜੀ ਨੇ ਜਿਹੜੀ ਬਾਣੀ ਲਿਖੀ ਸੀਗੀ ਉਹ ਪੰਜਾਬੀ ਦੇ ਵਿੱਚ ਲਿਖੀ ਸੀਗੀ, ਜਿਹੜੀ ਪੰਜਾਬੀ ਦੀ ਲਿਪੀ ਸੀਗੀ ਉਸ ਦੇ ਵਿੱਚ ਲਿਖੀ ਸੀਗੀ। ਗੁਰੂ ਨਾਨਕ ਦੇਵ ਜੀ ਦੀ ਬਾਣੀ ਤੋਂ ਪਹਿਲਾਂ, ਬਾਣੀ ਲਿਖਣ ਤੋਂ ਪਹਿਲਾਂ ਹੋਂਦ ਵਿੱਚ ਆ ਚੁੱਕੀ ਸੀ। ਹੁਣ ਇੱਥੋਂ ਇਹ ਗੱਲ ਸਾਬਤ ਹੁੰਦੀ ਹੈਗੀ ਵੀ ਜਿਹੜੀ ਪੰਜਾਬੀ ਦੀ ਗੁਰਮੁਖੀ ਲਿਪੀ ਹੈਗੀ ਉਹ ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਜੋ ਲਿਪੀ ਹੈਗੀ ਗੁਰੂ ਨਾਨਕ ਦੇਵ ਜੀ ਦੇ ਹੋਣ ਤੋਂ ਪਹਿਲਾਂ ਤੋਂ ਹੋਂਦ ਵਿੱਚ ਆ ਚੁੱਕੀ ਸੀ, ਕਿਉਂਕਿ ਗੁਰੂ ਨਾਨਕ ਦੇਵ ਜੀ ਦੀ ਜਿਹੜੀ ਲਿਖੀ ਹੋਈ ਬਾਣੀ ਹੈਗੀ ਉਹ ਪੰਜਾਬੀ ਦੇ ਵਿੱਚ ਉਹਨਾਂ ਅੱਖਰਾਂ ਦੇ ਵਿੱਚ ਲਿਖੀ ਗਈ ਆ ਜੋ ਅੱਜ ਆਪਾਂ ਗੁਰਮੁਖੀ ਦੇ ਲਿਪੀ ਦੇ ਰੂਪ ਦੇ ਵਿੱਚ ਵਰਤਦੇ ਹਾਂ। ਇਸ ਕਰਕੇ ਇਹ ਚੀਜ਼ ਝੂਠੀ ਪੈ ਜਾਂਦੀ ਆ ਵੀ ਕਿ ਗੁਰੂ ਨਾਨਕ ਦੇਵ ਜੀ ਦੁਆਰਾ ਬਣਾਈ ਗਈ ਪੈਦਾ ਕੀਤੀ ਗਈ ਲਿਪੀ ਹੈਗੀ। दूसरे मत अनुसार गुरु अंगद जी द्वारा बनाई गई लिपि। गुरु अंगद जी द्वारा ये लिपि दा तां इत्थे ही खत्म हो जाता भी जदों जिहड़ी गुरु नानक देव जी ने बाणी लिखी सीगी ਉਹ ਪੰਜਾਬੀ ਲਿਪੀ ਦੇ ਵਿੱਚ ਲਿਖੀ ਸੀਗੀ ਤੇ ਗੁਰੂ ਅੰਗਦ ਦੇਵ ਜੀ ਤਾਂ ਗੁਰੂ ਨਾਨਕ ਦੇਵ ਜੀ ਤੋਂ ਬਾਅਦ ਪੈਦਾ ਹੋਏ ਸੀਗੇ, ਉਹਨਾਂ ਤੋਂ ਬਾਅਦ ਦੇ ਗੁਰੂ ਸੀਗੇ, ਤਾਂ ਉਹਨਾਂ ਨੇ ਇਹ ਲਿਪੀ ਕਿਵੇਂ ਬਣਾਤੀ। ਹਾਂ, ਇਸ ਦੇ ਵਿੱਚ ਇਹ ਸੀਗਾ ਗੁਰੂ ਅੰਗਦ ਦੇਵ ਜੀ ਨੇ ਇਸ ਲਿਪੀ ਨੂੰ ਜਿਹੜਾ ਹੈਗਾ ਸੀਗਾ ਸਚਾਰਕ ਰੂਪ ਦਿੱਤਾ ਸੀਗਾ। ਗੁਰੂ ਅੰਗਦ ਦੇਵ ਜੀ ਨੇ ਗੁਰਮੁਖੀ ਲਿਪੀ ਨੂੰ ਸ਼ੁੱਧ ਰੂਪ ਦੇ ਵਿੱਚ ਤੇ ਵਿਸਤਾਰ ਤਰਤੀਬ ਦਿੱਤੀ ਸੀ।
ਗੁਰੂ ਅੰਗਦ ਦੇਵ ਜੀ ਨੇ ਕੀ ਕੰਮ ਕੀਤਾ ਸੀ ਗੁਰਮੁਖੀ ਲਿਪੀ ਬਾਰੇ? ਜਿਹੜੀ ਗੁਰਮੁਖੀ ਅੱਖਰ ਸੀਗੇ ਉਹਨਾਂ ਨੂੰ ਸ਼ੁੱਧ ਰੂਪ ਦੇ ਵਿੱਚ ਤੇ ਇੱਕ ਵਿਸਤਾਰ ਤੇ ਤਰਤੀਬ ਦੇ ਵਿੱਚ ਦਿੱਤਾ ਸੀਗਾ, ਤਰਤੀਬ ਦੇ ਵਿੱਚ ਰੱਖਿਆ ਸੀਗਾ। ਜਿਵੇਂ ਕਿ ਪਹਿਲਾਂ ਜਿਹੜੇ ਅੱਖਰ ਸੀਗੇ ਉਹ ਇੱਕ ਅਲੱਗ ਤਰ੍ਹਾਂ ਦੇ ਰੂਪ ਦੇ ਵਿੱਚ ਵਰਤੇ ਜਾਂਦੇ ਸੀਗੇ। ਜਿਵੇਂ ਕਿ ਆਪਾਂ ਉਹਦੀ ਥੋੜ੍ਹੀ ਉਦਾਹਰਨ ਤੁਹਾਨੂੰ ਮੈਂ ਦੱਸ ਦਾਂਗਾ। ਗੁਰੂ ਅੰਗਦ ਦੇਵ ਜੀ ਤੋਂ ਪਹਿਲਾਂ ਜਿਹੜੀ ਆਪਣੀ ਲਿਪੀ ਲਿਖੀ ਜਾਂਦੀ ਸੀਗੀ, ਜਿਵੇਂ ਪਹਿਲਾਂ ਸੱਸਾ ਲਿਖਿਆ ਜਾਂਦਾ ਸੀਗਾ, ਫਿਰ ਈੜੀ ਲਿਖਿਆ ਜਾਂਦਾ ਸੀ, ਫਿਰ ਊੜਾ, ਫਿਰ ਅੰਗਾ, ਕੱਕਾ, ਖੱਖਾ, ਗੱਗਾ, ਘੱਗਾ, ਇਸ ਤਰ੍ਹਾਂ ਸੀਗੀ। ਪਰ ਗੁਰੂ ਅੰਗਦ ਦੇਵ ਜੀ ਨੇ ਗੁਰਮੁਖੀ ਲਿਪੀ ਨੂੰ ਜਿਹੜਾ ਅਸਲੀ ਰੂਪ ਸੀਗਾ ਊੜਾ, ਆੜਾ, ਈੜੀ, ਸੱਸਾ, ਹਾਹਾ, ਕੱਕਾ, ਖੱਖਾ ਆਦਿ ਇਹ ਰੂਪ ਦਿੱਤਾ, ਇਸ ਤਰ੍ਹਾਂ ਤਰਤੀਬ ਦਿੱਤੀ। ਇਸ ਕਰਕੇ ਆਪਾਂ ਕਹਿ ਸਕਦੇ ਹਾਂ ਵੀ ਜਿਹੜੀ ਇਹ ਅੱਖਰ ਸੀਗੇ ਗੁਰੂ ਅੰਗਦ ਦੇਵ ਜੀ ਨੇ ਇਹਨਾਂ ਨੂੰ ਇੱਕ ਤਰਤੀਬ ਦਿੱਤੀ ਸੀਗੀ, ਤਾਂ ਕਰਕੇ ਇਸ ਨੂੰ ਗੁਰੂਆਂ ਦੇ ਨਾਲ ਜੋੜਿਆ ਜਾਂਦਾ ਹੈਗਾ। ਹੁਣ ਗੁਰੂ ਅੰਗਦ ਦੇਵ ਜੀ ਵੇਲੇ ਇਸ ਦੇ 35 ਅੱਖਰ ਸੀਗੇ। ਸ਼ੁਰੂ ਵਿੱਚ ਇਸ ਦੇ ਕਿੰਨੇ ਅੱਖਰ ਸੀਗੇ? 35 ਅੱਖਰ ਸੀਗੇ। ਅੱਖਰ ਸੀਗੇ। ਇਸ ਨੂੰ 35 ਵੀ ਕਿਹਾ ਜਾਂਦਾ ਸੀ। ਪਰ ਸਮੇਂ ਦੀ ਡਿਮਾਂਡ ਅਨੁਸਾਰ, ਸਮੇਂ ਦੀ ਮੱਤ ਅਨੁਸਾਰ ਪੰਜਾਬੀ ਦੇ ਵਿੱਚ ਕੁਝ ਇਹੋ ਜਿਹੇ ਅੱਖਰ ਸੀਗੇ ਜਿਨ੍ਹਾਂ ਨੂੰ ਬੋਲਣ ਦੇ ਲਈ ਹੋਰ ਸ਼ਬਦਾਂ ਦੀ ਜ਼ਰੂਰਤ ਸੀ, ਜਿਸ ਦੇ ਵਿੱਚੋਂ 6 ਅੱਖਰ ਫਾਰਸੀ ਦੇ ਲਈ, ਜਿਨ੍ਹਾਂ ਦੇ ਥੱਲੇ ਸੱਸੇ ਪੈਰ ਬਿੰਦੀ, ਖੱਖੇ ਪੈਰ ਬਿੰਦੀ, ਗੱਗੇ ਪੈਰ ਬਿੰਦੀ, ਜੱਜੇ ਪੈਰ ਬਿੰਦੀ, ਫੱਫੇ ਪੈਰ ਬਿੰਦੀ ਸੀ। ਇਸ ਤਰ੍ਹਾਂ ਦੇ ਅੱਖਰ ਸੀਗੇ ਜਿਨ੍ਹਾਂ ਨਾਲ ਇਹ ਟੋਟਲ ਕੁੱਲ 41 ਅੱਖਰ ਬਣ ਗਏ। ਅਤੇ ਅੱਜ ਜਿਹੜੀ ਅਜੋਕੀ ਗੁਰਮੁਖੀ ਲਿਪੀ ਹੈਗੀ ਉਸ ਦੇ ਵਿੱਚ 41 ਅੱਖਰ ਨੇ, ਅਤੇ 41 ਅੱਖਰ ਹੀ ਪੂਰੇ ਲਿਪੀ ਨੂੰ ਲਿਖਣ ਦੇ ਲਈ ਜਿਹੜੀ ਪੂਰੇ ਪਾਏ ਜਾਂਦੇ ਨੇ। ਉਸ ਵਾਸਤੇ ਵਾਧੂ ਅੱਖਰਾਂ ਦੀ ਜ਼ਰੂਰਤ ਨਹੀਂ ਪੈਂਦੀ। ਇਹ ਗੁਰਮੁਖੀ ਲਿਪੀ ਦਾ ਜਿਹੜਾ ਨਿਕਾਸ ਸੀਗਾ ਹੁਣ ਗੁਰਮੁਖੀ ਲਿਪੀ ਦਾ ਜਿਹੜਾ ਆਪਾਂ ਗੱਲ ਕਰ ਰਹੇ ਸੀਗੇ, ਇਸ ਦਾ ਰੂਪ ਲਿਪੀ ਦਾ, ਫਿਰ ਨਿਕਾਸ ਦਾ ਅਤੇ ਵਿਕਾਸ ਦਾ। ਹੁਣ ਇਸ ਦੇ ਵਿੱਚ ਉਹੀ ਕਹਿ ਸਕਦੇ ਆ ਵੀ ਬ੍ਰਹਮੀ ਅਤੇ ਸ਼ਾਰਦਾ ਲਿਪੀ ਦੇ ਵਿੱਚੋਂ ਗੁਰਮੁਖੀ ਲਿਪੀ ਪੈਦਾ ਹੋਈ ਸੀਗੀ। ਸਭ ਤੋਂ ਪਹਿਲਾਂ ਕੋਈ ਵੀ ਭਾਸ਼ਾ ਉਹ ਬੋਲੀ ਦੇ ਰੂਪ ਦੇ ਵਿੱਚ ਪੈਦਾ ਹੁੰਦੀ ਆ, ਬਾਅਦ ਦੇ ਵਿੱਚ ਉਸ ਦਾ ਲਿਖਤੀ ਰੂਪ ਆਉਂਦਾ ਜਿਹਨੂੰ ਲਿਪੀਬੱਧ ਕਿਹਾ ਜਾਂਦਾ, ਜਿਸ ਨੂੰ ਲਿਪੀ ਕਹਿੰਦੇ ਆਪਾਂ। ਪੰਜਾਬੀ ਦੀ ਲਿਪੀ ਜਿਹੜੀ ਹੈਗੀ ਆ ਉਹ ਗੁਰਮੁਖੀ ਹੈਗੀ, ਅਤੇ ਹਿੰਦੀ ਦੀ ਦੇਵਨਾਗਰੀ, ਇੰਗਲਿਸ਼ ਦੀ ਰੋਮਨ ਲਿਪੀ ਹੈ। ਜਿਵੇਂ ਉਸ ਤਰ੍ਹਾਂ ਹੁਣ ਆਪਾਂ ਪੰਜਾਬੀ ਦੀ ਗੁਰਮੁਖੀ ਲਿਪੀ ਲਿਖਦੇ ਹਾਂ, ਪਰ ਜਿਹੜੀ ਆਧੁਨਿਕ ਲਿਪੀ ਹੈਗੀ ਉਹ ਇਹ ਨਹੀਂ ਹੈ ਵੀ ਅੱਜ ਦੇ ਸਮੇਂ ਦੇ ਵਿੱਚ ਇਸ ਨੂੰ ਜਾਂ ਕੁਝ ਕੁ ਸਮੇਂ ਦੇ ਵਿੱਚ ਇਹ ਲਿਪੀ ਤਿਆਰ ਹੋ ਗਈ। ਇਸ ਨੂੰ ਆਧੁਨਿਕ ਲਿਪੀ ਦਾ ਰੂਪ ਲੈਣ ਦੇ ਲਈ ਹਜ਼ਾਰਾਂ ਸਾਲ ਦਾ ਸਮਾਂ ਲੱਗ ਗਿਆ। ਉਸਨੇ ਕਿਹੜੇ ਰਾਹਾਂ ਵਿੱਚ ਦੀ ਲੰਘੀ ਆ, ਕਿਹੜੇ ਵਾਤਾਵਰਨ ਵਿੱਚ ਲੰਘੀ ਹੈਗੀ, ਕਿਹੜੇ ਰੂਪਾਂ ਵਿੱਚ ਲੰਘ ਕੇ ਇਸ ਨੇ ਆਧੁਨਿਕ ਲਿਖਤੀ ਰੂਪ ਅਤੇ ਬੋਲੀ ਰੂਪ ਦਾ ਜਿਹੜਾ ਸ਼ੁੱਧ ਰੂਪ ਅਪਣਾਇਆ ਹੈਗਾ। ਅਤੇ ਗੁਰਮੁਖੀ ਲਿਪੀ ਕਿਉਂ ਕਿਹਾ ਜਾਂਦਾ? ਕਿਉਂਕਿ ਇਸ ਨੂੰ ਗੁਰੂਆਂ ਨੇ ਅਪਣਾਇਆ ਹੈਗਾ, ਨਾ ਕਿ ਇਹਨਾਂ ਨੇ ਗੁਰੂਆਂ ਨੇ ਬਣਾਇਆ ਹੈਗਾ। ਇਹ ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਹੀ ਆਪਣੇ ਹੋਂਦ ਦੇ ਵਿੱਚ ਆ ਚੁੱਕੀ ਸੀ। ਗੁਰੂ ਨਾਨਕ ਦੇਵ ਜੀ ਨੇ ਆਪਣੀ ਪੱਟੀ ਦੇ ਵਿੱਚ, ਪੱਟੀ ਬਾਣੀ ਆ ਜੋ ਗੁਰੂ ਨਾਨਕ ਦੇਵ ਜੀ ਦੀ, ਉਸ ਦੇ ਵਿੱਚ ਇਹ 35 ਅੱਖਰ ਲੈ ਕੇ ਸਾਰੀ ਬਾਣੀ ਦਾ ਉਚਾਰਨ ਕੀਤਾ ਹੈਗਾ। 35 ਦੇ 35 ਅੱਖਰਾਂ ਨਾਲ ਉਹ ਪੱਟੀ ਬਾਣੀ ਨੂੰ ਲਿਖਿਆ ਹੈਗਾ। ਉਸ ਤੋਂ ਬਾਅਦ ਗੁਰੂ ਅੰਗਦ ਦੇਵ ਜੀ ਨੇ ਕੀ ਕੀਤਾ ਸੀਗਾ? ਸਿਰਫ ਇਸ ਦਾ ਜਿਹੜਾ ਤਰਤੀਬ ਦਿੱਤੀ ਸੀ, ਇੱਕ ਉਹਨੂੰ ਸ਼ੁੱਧ ਰੂਪ ਦਿੱਤਾ ਸੀਗਾ।
ਪਹਿਲਾਂ ਬੇਤਰਤੀਬੇ ਅੱਖਰ ਹੁੰਦੇ ਸੀਗੇ ਤੇ ਗੁਰੂ ਅੰਗਦ ਦੇਵ ਜੀ ਨੇ ਉਹਨੂੰ ਤਰਤੀਬ ਦਿੱਤੀ ਸੀ, ਜਿਸ ਕਰਕੇ ਇਹਨਾਂ ਦਾ ਜਿਹੜੀ ਆਪਣੀ ਲਿਪੀ ਸੀਗੀ ਉਸ ਨੂੰ ਗੁਰੂਆਂ ਦੇ ਨਾਮ ਨਾਲ ਜੁੜ ਗਿਆ। ਇਸ ਨੂੰ ਗੁਰਮੁਖੀ ਲਿਪੀ ਕਿਹਾ ਜਾਣ ਲੱਗ ਪਿਆ ਸੀਗਾ। ਇਹ ਹੈ ਗੁਰਮੁਖੀ ਲਿਪੀ ਦਾ ਨਿਕਾਸ, ਵਿਕਾਸ ਤੇ ਇਤਿਹਾਸ। ਹੁਣ ਇਸ ਦੀ ਵਿਸ਼ੇਸ਼ਤਾ ਇਹ ਹੈ ਵਿੱਚ ਜਿਹੜੀ ਗੁਰਮੁਖੀ ਲਿਪੀ ਹੈਗੀ ਇਹ ਹੋਰਨਾਂ ਲਿਪੀਆਂ ਨਾਲੋਂ ਵੱਖਰੀ ਲਿਪੀ ਇਹ ਹੈਗੀ। ਦੂਜੀਆਂ ਲਿਪੀਆਂ ਵਾਂਗ ਇਸ ਦੇ ਜਿਹੜੇ ਅੱਖਰ ਨੇਗੇ, ਸਭ ਤੋਂ ਪਹਿਲੀ ਗੱਲ ਤਾਂ ਉਹ ਕੀ ਨੇਗੇ, ਵਿਸ਼ੇਸ਼ਤਾ ਦੇ ਵਿੱਚ ਅੱਖਰ ਕੀ ਨੇਗੇ, ਸਰਲ ਨੇ। ਹੁਣ ਗੁਰਮੁਖੀ ਲਿਪੀ ਦੇ ਜਿੰਨੇ ਅੱਖਰ ਨੇ ਉਹ ਸਾਰੇ ਸਰਲ ਨੇਗੇ। ਉਹਨਾਂ ਨੂੰ ਲਿਖਣਾ ਤੇ ਸਿੱਖਣਾ ਬਹੁਤ ਜਲਦੀ ਨਾਲ ਸਿੱਖਿਆ ਜਾ ਸਕਦਾ ਹੈਗਾ ਤੇ ਲਿਖਣਾ ਵੀ ਬਹੁਤ ਆਸਾਨੀ ਨਾਲ ਬੰਦਾ ਸਿੱਖ ਲੈਂਦਾ ਹੈਗਾ, ਕਿਉਂਕਿ ਬੜੇ ਸਰਲ ਭਾਗ ਨੇ ਉਹ। ਤੇ ਦੂਸਰਾ ਕੀ, ਹਰ ਇੱਕ ਧੁਨੀ ਲਈ ਵੱਖਰਾ ਵਰਨ ਜਾਂ ਅੱਖਰ ਹੈ। ਹੁਣ ਹੋਰਨਾਂ ਲਿਪੀਆਂ ਵਾਂਗ, ਅੰਗਰੇਜ਼ੀ ਦੀ ਲਿਪੀ ਵਾਂਗ ਆਪਾਂ ਜੇ ਕਹਿ ਸਕਦੇ ਹਾਂ, ਪੰਜਾਬੀ ਦੀ ਲਿਪੀ ਦੇ ਵਿੱਚ ਉਲਝੇਵਾਂ ਨਹੀਂ। ਹਰੇਕ ਅੱਖਰ ਵਾਸਤੇ, ਹਰੇਕ ਧੁਨੀ ਵਾਸਤੇ ਇੱਕ ਅਲੱਗ ਅੱਖਰ ਹੈਗਾ। ਹੁਣ ਜਿਵੇਂ ਅੰਗਰੇਜ਼ੀ ਦੇ ਵਿੱਚ ਸੱਸੇ ਵਾਸਤੇ ਐਸ ਵੀ ਵਰਤੀ ਜਾਂਦੀ ਆ ਤੇ ਸੀ ਵੀ ਵਰਤੀ ਜਾਂਦੀ ਆ, ਪਰ ਪੰਜਾਬੀ ਦੇ ਵਿੱਚ ਸੱਸੇ ਨਾਲ ਸ਼ੁਰੂ ਹੋਣ ਵਾਲੇ ਅੱਖਰ ਨੇ, ਜਿਹੜੇ ਸੱਸੇ ਦੀ ਆਵਾਜ਼ ਨਾਲ ਸ਼ੁਰੂ ਹੋਣ ਵਾਲੇ ਅੱਖਰ ਨੇ, ਉਹਨਾਂ ਵਾਸਤੇ ਇਕੱਲਾ ਸੱਸਾ ਹੀ ਵਰਤਿਆ ਜਾਂਦਾ। ਇਸ ਕਰਕੇ ਇਹ ਇੱਕ ਸਰਲ ਭਾਸ਼ਾ ਗਈ ਵੀ ਜਿਹੜੀ ਨੂੰ ਲਿਖਣੀ ਆਸਾਨ ਆ ਗਈ। ਉਸ ਤੋਂ ਬਾਅਦ ਹੁਣ ਇਸ ਦੇ ਜਿਹੜੇ ਅੱਖਰ ਨੇ ਉਹ ਭਿੰਨ ਭਿੰਨ ਨੇ, ਲਿਪੀ ਤੇ ਸਵਰ। ਆਪਾਂ ਤੀਜਾ ਨੰਬਰ ਤੇ ਲਿਪੀ ਆ, ਉਸ ਦੇ ਵਿੱਚ ਅੱਗੇ ਸਵਰ ਅਤੇ ਵਿਅੰਜਨ ਵੱਖਰੇ ਵੱਖਰੇ ਨੇ। ਜਿੱਥੇ ਲੋੜ ਪੈਂਦੀ ਆਪਾਂ ਨੂੰ ਸਵਰਾਂ ਦੇ ਸਾਊਂਡ ਦੀ, ਉਹਨਾਂ ਵਾਸਤੇ ਉਹ 3 ਸਵਰ ਨੇਗੇ ਜਿਹੜੇ ਅੱਗੇ ਜਾ ਕੇ ਸਵਰ ਵਾਹਕ ਊੜਾ, ਆੜਾ, ਈੜੀ, ਜਿਸ ਤੋਂ ਅੱਗੇ ਕੰਨੇ ਦੀ, ਸਿਆਰੀ ਬਿਹਾਰੀ ਦੀ, ਫੋੜਾ, ਕਨੋੜਾ ਆਦਿ ਦੀ ਆਵਾਜ਼ ਕੱਢ ਸਕਦੇ ਆਂਗੇ। ਸਾਊਂਡ ਦੀ ਲੈ ਕੇ ਆਪਾਂ ਉਸ ਦੇ ਅੱਖਰਾਂ ਦੇ ਆਪਣੀ ਜਿਹੜੀ ਘਾਟ ਆਈ ਉਹਨੂੰ ਪੂਰੀ ਕਰ ਸਕਦੇ ਆਂਗੇ। ਤੇ ਵਿਅੰਜਨਾਂ ਨਾਲ ਆਪਣੇ ਜਿਹੜੇ 41 ਵਿਅੰਜਨ ਹੈਗੇ ਨੇਗੇ, ਉਹਨਾਂ ਦੇ ਨਾਲ ਇਹ ਸਵਰਾਂ ਨੂੰ ਲਾ ਕੇ ਆਪਾਂ ਆਪਣੀ ਜਿਹੜੀ ਪੰਜਾਬੀ ਦੀ ਜਿਹੜੀ ਬੋਲੀ ਹੈਗੀ, ਧੁਨੀਆਂ ਦੀ ਆਵਾਜ਼ ਹੈਗੀ, ਉਹਨਾਂ ਨੂੰ ਪੂਰੀ ਕਰ ਸਕਦੇ ਆਂਗੇ। ਇਸ ਕਰਕੇ ਇੱਕ ਸਰਲ ਲਿਪੀ ਨੂੰ ਕਿਹਾ ਜਾਂਦਾ ਹੈਗਾ। ਤੇ ਉਸ ਤੋਂ ਬਾਅਦ ਲੋੜ ਦੇ ਅਨੁਸਾਰ ਇਸ ਦੇ ਅੱਖਰ ਵੱਧ ਵਧਾਏ ਜਾ ਸਕਦੇ ਨੇ ਜਾਂ ਘਟਾਏ ਜਾ ਸਕਦੇ ਨੇ। ਜਿਵੇਂ ਕਿ ਪਹਿਲਾਂ 35 ਅੱਖਰ ਸੀਗੇ, 35 ਅੱਖਰ ਸੀਗੇ, ਪਰ ਲੋੜ ਪਈ ਫਾਰਸੀ ਜਾਂ ਉਰਦੂ ਦੇ ਅੱਖਰਾਂ ਨੂੰ ਲਿਖਣ ਦੇ ਵਾਸਤੇ, ਤਾਂ ਉਸ ਵਾਸਤੇ 6 ਅੱਖਰ ਹੋਰ ਇਹਦੇ ਨਾਲ ਜੋੜ ਕੇ 41 ਬਣਾ ਲਏ। ਇਸ ਕਰਕੇ ਇਸ ਨੂੰ ਆਪਾਂ ਸਰਲ ਲਿਪੀ ਕਹਿ ਦਿੰਦੇ ਹਾਂ ਵੀ ਗੁਰਮੁਖੀ ਇੱਕ ਸਰਲ ਭਾਸ਼ਾ ਹੈਗੀ ਜਾਂ ਸਰਲ ਲਿਪੀ ਹੈਗੀ। ਤੇ ਇਸ ਤੋਂ ਬਾਅਦ ਪੰਜਾਬੀ ਨੂੰ ਲਿਖਣ ਵਾਸਤੇ, ਪੰਜਾਬੀ ਨੂੰ ਲਿਖਣ ਲਈ ਗੁਰਮੁਖੀ ਲਿਪੀ ਹੀ ਇੱਕ ਵਿਸ਼ੇਸ਼ ਲਿਪੀ ਹੈ। ਯਾਨੀ ਕਿ ਇਸ ਤੋਂ ਬਗੈਰ ਹੋਰ ਕਿਸੇ ਭਾਸ਼ਾ ਜਾਂ ਹੋਰ ਕਿਸੇ ਲਿਪੀ ਦੇ ਵਿੱਚ ਪੰਜਾਬੀ ਨੂੰ ਨਹੀਂ ਲਿਖਿਆ ਜਾ ਸਕਦਾ। ਇਹ ਇੱਕ ਜਿਹੜੀ ਇਹਦੇ ਵਾਸਤੇ ਸੰਬੰਧਿਤ ਰਿਲੇਟਡ ਜਿਹੜੀ ਇਸ ਨਾਲ ਆਪਣੀ ਰਾਖਵੀਂ ਬੋਲੀ ਹੈਗੀ ਜਾਂ ਰਾਖਵੀਂ ਲਿਪੀ ਹੈਗੀ ਪੰਜਾਬੀ ਧੁਨੀਆਂ ਨੂੰ ਲਿਖਣ ਦੇ ਲਈ। ਇਸ ਕਰਕੇ ਇਹਨੂੰ ਆਪਾਂ ਸਰਲ ਕਹਿ ਦਿੰਦੇ ਹਾਂ। ਦੂਜੀਆਂ ਭਾਸ਼ਾ ਵਾਂਗੂ ਉਲਝੇਵਾਂ ਨਹੀਂ ਹੈਗਾ।
ਵੀ ਦੂਜੀ ਭਾਸ਼ਾ ਦੇ ਅੱਖਰ ਵਿੱਚ ਆਪਾਂ ਮਿਕਸ ਕਰ ਸਕਾਂਗੇ, ਵੀ ਉਹਦਾ ਅੱਖਰਾਂ ਦਾ ਪਤਾ ਲੱਗ ਜਾਏਗਾ। ਹੁਣ ਹਿੰਦੀ ਦੇ ਵਿੱਚ ਕਿਤੇ ਅੱਧਾ ਅੱਖਰ ਪੈਂਦਾ, ਕਿਤੇ ਨਹੀਂ ਪੈਂਦਾ, ਅਤੇ ਉਸ ਕਰਕੇ ਪੰਜਾਬੀ ਦੇ ਵਿੱਚ ਇਹੋ ਜਿਹਾ ਕਿਤੇ ਵੀ ਨਹੀਂ ਹੈਗਾ ਵੀ ਕਿਤੇ ਅੱਧੇ ਅੱਖਰ ਪਾਉਣ ਦੀ ਲੋੜ ਪੈਂਦੀ ਹੋਵੇ ਜਾਂ ਪੈਰ ਦੇ ਵਿੱਚ ਅੱਖਰ ਪਾਉਣ ਦੀ ਲੋੜ ਪੈਂਦੀ ਹੋਵੇ। ਉਹਨਾਂ ਵਾਸਤੇ ਅਲੱਗ ਜਿਹੜੇ ਸਵਰ ਨੇ। ਹੁਣ ਅੱਧੇ ਅੱਖਰ ਵਾਸਤੇ ਆਪਾਂ ਅਦਕ ਦੀ ਵਰਤੋਂ ਕਰ ਲੈਂਦੇ ਆਂਗੇ। ਹਾਹਾ ਅਤੇ ਰਾਰਾ ਆਪਾਂ ਪੈਰ 'ਚ ਪਾਉਂਦੇ ਸੀ ਕਿਤੇ, ਪਰ ਉਹਨਾਂ ਵਾਸਤੇ ਵੀ ਹੁਣ ਆਪਾਂ ਅਲੱਗ ਤੌਰ 'ਤੇ ਜਿਹੜੇ ਉਹਨੂੰ ਇੱਕ ਵਿਅੰਜਨ ਦੇ ਰੂਪ ਦੇ ਵਿੱਚ ਅਲੱਗ ਰੂਪ ਦਿੱਤਾ ਗਾ। ਇਸ ਕਰਕੇ ਕੀ ਹੈ, ਇਹ ਇੱਕ ਆਪਣੀ ਸਰਲ ਭਾਸ਼ਾ ਗੀ। ਹੁਣ ਦੂਜੀ ਭਾਸ਼ਾਵਾਂ ਜਿਵੇਂ ਅੰਗਰੇਜ਼ੀ ਦੇ ਵਿੱਚ ਕੁਝ ਅੱਖਰ ਮੂਹਰਲੇ ਅੱਖਰ ਸਾਈਲੈਂਟ ਆਪਾਂ ਕਹਿ ਦਿੰਦੇ ਵੀ ਸਾਈਲੈਂਟ ਨੇ। ਪੰਜਾਬੀ ਦੇ ਵਿੱਚ ਵੀ ਸਾਈਲੈਂਟ ਤਾਂ ਹੈਗੇ ਨੇ ਅੱਖਰ ਕੁਛ ਕੁ, ਪਰ ਉਹ ਬੋਲੇ ਜਾਂਦੇ ਨੇ, ਉਹਨਾਂ ਦੀ ਧੁਨੀ ਵੀ ਹੈਗੀ ਆ ਅਤੇ ਉਹਨਾਂ ਦਾ ਵਿਅੰਜਨ ਵੀ ਹੈਗਾ। ਇਸ ਕਰਕੇ ਅੰਗਰੇਜ਼ੀ ਭਾਸ਼ਾ ਵਾਂਗੂ ਇਹ ਭੁਲੇਖਾ ਨਹੀਂ ਪੈਂਦਾ ਵੀ ਕਿੱਥੇ ਡਬਲ ਅੱਖਰ ਪਾਉਣਾ ਅਤੇ ਕਿੱਥੇ ਉਹਦੀ ਜਿਹੜੀ ਹੈਗੀ ਆ ਜਿਹੜੀ ਡਬਲ ਅੱਖਰ ਦੇ ਨਾਲ ਜਾਂ ਕੋਈ ਅੱਖਰ ਸਾਈਲੈਂਟ ਹੋਏਗਾ। ਪੰਜਾਬੀ ਦੇ ਵਿੱਚ ਇਹੋ ਜਿਹਾ ਕੁਛ ਨਹੀਂ ਹੈਗਾ। ਜੇ 3 ਅੱਖਰ ਲਿਖੇ ਨੇ ਸੱਸਾ ਵਾਵਾ ਰਾਰਾ ਸਵਰ, ਤਾਂ ਤਿੰਨੇ ਕੀ ਨੇਗੇ ਅੱਖਰ ਬੋਲਣ ਯੋਗ ਨੇ। ਤਿੰਨਾਂ ਦੀ ਵੱਖਰੀ ਆਵਾਜ਼ ਆ, ਵੱਖਰਾ ਉਹਨਾਂ ਵਾਸਤੇ ਚਿੰਨ੍ਹ ਵਰਤਿਆ ਜਾਂਦਾ। ਇਸ ਕਰਕੇ ਇੱਕ ਇਹ ਸਰਲ ਭਾਸ਼ਾ ਹੈਗੀ ਜਿਸ ਨੂੰ ਆਪਾਂ ਸੁੰਦਰ ਅਤੇ ਸਰਲ ਤਰੀਕੇ ਨਾਲ ਲਿਖ ਸਕਦੇ ਹਾਂ। ਧੰਨਵਾਦ।